ਪਨੂ ਸਾਹਿਬ, ਕਿਸਾਨਾਂ ਨੇ ਅੱਜ ਕੇਂਦਰ ਦੀ ਸਰਕਾਰ ਦੇ ਨਾਲ ਗੱਲਬਾਤ ਕਰਨ ਜੋ ਜਾਣਾ ਸੀ, ਜੋ ਸੱਦਾ ਉਹਨਾਂ ਨੂੰ ਪਹੁੰਚਿਆ ਸੀ, ਜੋ ਖਬਰਾਂ ਆ ਰਹੀਆਂ ਨੇ ਉਹ ਗੱਲਬਾਤ ਕਿਸੇ ਨੇਪਰੇ ਚੜ੍ਹ ਨਾ ਸਕੀ, ਕੋਈ ਸਿੱਟਾ ਨਿਕਲਿਆ ਨਹੀਂ। ਹੋਇਆ ਕੀ ਉੱਥੇ ਜੀ? ਐਕਚੁਅਲੀ ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਇਹ ਗੱਲ ਕਹਿੰਦੀਆਂ ਨੇ ਕਿ ਅਸੀਂ ਗੱਲਬਾਤ ਕਰਨ ਲਈ ਜਾ ਰਹੇ ਹਾਂ, ਇਸ ਕਰਕੇ ਜਾ ਰਹੇ ਹਾਂ ਕਿ ਦੂਜੀ ਵਾਰੀ ਇਹ ਸੱਦਾ ਆਇਆ, ਨਹੀਂ ਤਾਂ ਕੇਂਦਰ ਦੀ ਸਰਕਾਰ ਕਹੂਗੀ ਕਿ ਅਸੀਂ ਤਾਂ ਸੱਦਦੇ ਹਾਂ, ਇਹ ਗੱਲਬਾਤ ਕਰਨ ਦੇ ਵਾਸਤੇ ਆਉਣ ਲਈ ਤਿਆਰ ਨਹੀਂ ਜੀ। ਕੇਂਦਰ ਦੀ ਸਰਕਾਰ ਨੇ ਕੀ ਕੀਤਾ ਜੀ, ਇਹਨਾਂ ਨੂੰ ਗੱਲਬਾਤ ਦਾ ਸੱਦਾ ਦੇ ਦਿੱਤਾ। ਉੱਥੇ ਇੱਕ ਜਿਹੜੇ ਆਫੀਸਰ ਸੀਗੇ ਜੀ ਉਹਨਾਂ ਨੂੰ ਬਿਠਾਤਾ ਤੇ ਬਹੁਤੀ ਜਿਹੜੀ ਫੌਜ ਸੀਗੀ ਉਹ ਝੋਕ ਦਿੱਤੀ ਪੰਜਾਬ ਦੇ ਵਿੱਚ, ਇਹ ਕਹਿ ਕੇ ਕਿ ਇਹ ਕਿਸਾਨਾਂ ਨੂੰ ਇੱਥੇ ਸਮਝਾਉਣਗੇ ਕਿ ਇਹ ਬਿੱਲ ਕਿਵੇਂ ਉਹਨਾਂ ਦੇ ਹੱਕ ਦੇ ਵਿੱਚ ਨੇ। ਤੇ ਜਿਹੜੇ ਆਫੀਸਰ ਦੀ ਡਿਊਟੀ ਜਿਹੜੀ ਜੀ ਉੱਥੇ ਲੱਗੀ ਸੀਗੀ, ਉਹਨਾਂ ਨੇ ਵੀ 11:30 ਵਜੇ ਇਹ ਮੀਟਿੰਗ ਜਿਹੜੀ ਜੀ ਉਹ ਸੱਦੀ ਗਈ ਸੀਗੀ। 7 ਮੈਂਬਰੀ ਜਿਹੜੀ ਕਮੇਟੀ ਉਹਦੇ ਨੁਮਾਇੰਦੇ ਜਿਹੜੇ ਅੰਦਰ ਗਏ ਸੀਗੇ ਔਰ ਉੱਥੇ ਇਹ ਗੱਲ ਆਖੀ ਗਈ ਕਿ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਇਹ ਬਿੱਲ ਜਿਹੜੇ ਆ ਉਹ ਕਿਸਾਨਾਂ ਦੇ ਕਿਵੇਂ ਹੱਕ ਦੇ ਵਿੱਚ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਿਹੜੀ 7 ਮੈਂਬਰੀ ਚੁਣੀ ਸੀ ਕਮੇਟੀ, ਉਹਨੇ ਇਹ ਗੱਲ ਕਹੀ, ਅਸੀਂ ਇਹ ਸੁਣ ਨਹੀਂ ਆਏ ਕਿ ਇਹ ਸਾਡੇ ਹੱਕ ਦੇ ਵਿੱਚ ਕਿਵੇਂ ਨੇ। ਅਸੀਂ ਤਾਂ ਇਹ ਆਸ ਲੈ ਕੇ ਆਏ ਸੀਗੇ ਕਿ ਕੋਈ ਮੰਤਰੀ ਜਾਂ ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਸਾਡੀ ਗੱਲ ਸੁਣਨਗੇ, ਜਿਹੜੇ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਸਕਦੇ ਹੋਣ, ਇਹਨਾਂ ਦੇ ਵਿੱਚ ਬਦਲਾਅ ਜਿਹੜਾ ਜੀ ਉਹ ਕਰ ਸਕਦੇ ਹੋਣ। ਉਹਨਾਂ ਨੇ ਇਸ ਮੀਟਿੰਗ ਦਾ ਬਾਈਕਾਟ ਜਿਹੜਾ ਸੀ ਉਹ ਕਰ ਦਿੱਤਾ। ਬਾਈਕਾਟ ਕਰਕੇ ਇਹ ਲੋਕ ਸਾਰੇ ਜਿਹੜੇ ਸੀਗੇ ਜੀ ਉਹ ਬਾਹਰ ਆ ਗਏ। ਬਾਹਰ ਆ ਕੇ ਇਹਨਾਂ ਨੇ ਬਿੱਲ ਦੀਆਂ ਕਾਪੀਆਂ ਪਾੜੀਆਂ, ਕਾਨੂੰਨ ਦੀਆਂ ਕਾਪੀਆਂ ਜਿਹੜੀਆਂ ਸੀਗੀਆਂ ਉਹ ਪਾੜੀਆਂ ਔਰ ਇਹ ਕਿਹਾ ਕਿ ਅਸੀਂ ਮੀਟਿੰਗ ਕਿਸੇ ਭਰੋਸੇ ਕਰਕੇ ਉਹਦੇ ਵਿੱਚ ਸ਼ਾਮਲ ਹੋਣ ਲਈ ਆਏ ਸੀ, ਸਾਡਾ ਭਰੋਸਾ ਕੇਂਦਰ ਦੀ ਸਰਕਾਰ ਨੇ ਤੋੜ ਦਿੱਤਾ, ਸਾਨੂੰ ਇੱਧਰ ਮੀਟਿੰਗ ਲਈ ਸੱਦਿਆ, ਉਧਰ ਆਪਣੇ ਮੰਤਰੀ ਜਿਹੜੇ ਸੀਗੇ ਉਹਨਾਂ ਨੂੰ ਪੰਜਾਬ ਦੇ ਵਿੱਚ ਛੱਡ ਦਿੱਤਾ ਕਿ ਉਹ ਜਾ ਕੇ ਉੱਥੇ ਕਿਸਾਨਾਂ ਨੂੰ ਜਿਹੜਾ ਜੀ ਉਹ ਸਮਝਾਉਣ ਕਿ ਇਹ ਬਿੱਲ ਉਹਨਾਂ ਦੇ ਕਿਵੇਂ ਹੱਕ ਦੇ ਵਿੱਚ ਨੇ। ਬਲਵੀਰ ਸਿੰਘ ਰਾਜੇਵਾਲ ਨੇ ਜਿਹੜਾ ਜੀ ਉਹ ਬਾਹਰ ਆ ਕੇ ਇਹ ਗੱਲ ਕਹੀ ਕਿ 9 ਮੰਤਰੀ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ, ਉਹ ਗੱਲ ਕਰਨਾ ਚਾਹੁੰਦੇ ਆ ਤੇ ਸਾਡੇ ਨਾਲ ਪੰਜਾਬ 'ਚ ਹੀ ਕਰ ਲੈਂਦੇ, ਫਿਰ ਤੇ ਦਿੱਲੀ ਸਾਨੂੰ ਸੱਦਣ ਦੀ ਕੀ ਲੋੜ ਸੀਗੀ। ਇਹ ਕਿਹਾ ਕਿ ਕੇਂਦਰ ਦੀ ਸਰਕਾਰ ਦੀ ਨੀਤ ਠੀਕ ਨਹੀਂ ਆ, ਉਹ ਇਹ ਸੋਚ ਕੇ ਆਏ ਸੀ ਕਿ ਕੇਂਦਰ ਇਹਦੇ ਬਾਰੇ ਗੰਭੀਰ ਹੋਊਗਾ, ਅਸੀਂ ਆਪਣੇ ਸਿਰੇ ਇਲਜ਼ਾਮ ਨਹੀਂ ਸੀ ਲੈਣਾ ਚਾਹੁੰਦੇ ਕਿ ਅਸੀਂ ਗੱਲਬਾਤ ਲਈ ਤਿਆਰ ਨਹੀਂ ਜਿਹੜਾ ਜੀ ਉਹ ਹੋ ਰਹੇ। ਉਹਨਾਂ ਨੇ ਕਿਹਾ ਕਿ ਕੋਈ ਵੀ ਰਾਜਸੀ ਫੈਸਲਾ ਲੈਣ ਦਾ ਅਧਿਕਾਰ ਜਿਹੜਾ ਉਹ ਅਫਸਰਾਂ ਦੇ ਕੋਲੇ ਨਹੀਂ ਹੁੰਦਾ, ਇਹ ਅਧਿਕਾਰ ਸਰਕਾਰ ਦੇ ਮੰਤਰੀਆਂ ਦੇ ਕੋਲੇ ਹੁੰਦਾ। ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਕਰਤਾ ਕਿ ਭੜਕੇ ਮੀਟਿੰਗ ਹੋਊਗੀ ਚੰਡੀਗੜ੍ਹ ਦੇ ਵਿੱਚ ਔਰ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ। ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਜਿਹੜਾ ਜੀ ਉਹ ਲਿਆ ਜਾਊਗਾ। ਇਹ ਕਿਹਾ ਗਿਆ ਕਿ ਕਿਸਾਨ ਵਿਰੋਧੀ ਅੜੀਅਲ ਹੋਣ ਦਾ ਇਲਜ਼ਾਮ ਲਾਇਆ ਉਹਨਾਂ ਨੇ ਭਾਜਪਾ ਦੇ ਕੇਂਦਰੀ ਮੰਤਰੀਆਂ ਦੇ ਉੱਤੇ। ਇਹ ਕਿਹਾ ਕਿ ਉਹਨਾਂ ਨੂੰ ਪੰਜਾਬ ਨਹੀਂ ਹੁਣ ਜਿਹੜਾ ਜੀ ਉਹ ਵੰਡ ਦਿੱਤਾ ਜਾਊਗਾ ਕਮ ਸੇ ਕਮ। ਇਹ ਐਲਾਨ ਕਰਕੇ ਇਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸੀਗੇ ਉਹ ਬਾਹਰ ਆ ਗਏ ਔਰ ਇਹਦੇ ਨਾਲ ਇੱਕ ਤੁਸੀਂ ਕਹਿ ਲਓ ਕਿ ਜਿਹੜੀ ਟੈਂਸ ਸੀਗੀ ਜੀ ਉਹ ਹੋਰ ਜ਼ਿਆਦਾ ਕ੍ਰੀਏਟ ਹੋ ਗਈ ਬਿਟਵੀਨ ਜਿਹੜਾ ਜੀ ਕਿਸਾਨ ਜਥੇਬੰਦੀਆਂ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚਲੀ ਸਰਕਾਰ ਦੀ। ਔਰ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਦੇ ਵਿੱਚ ਜਿਹੜੇ ਭਾਜਪਾਈ ਆਗੂ ਨੇ, ਭਾਜਪਾਈ ਚਾਹੇ ਉਹ ਰਾਜ ਸਭਾ ਦੇ ਮੈਂਬਰ ਨੇ ਚਾਹੇ ਉਹ ਮੰਤਰੀ ਨੇ ਕੇਂਦਰ ਦੇ ਵਿੱਚ, ਉਹਨਾਂ ਦੇ ਵਾਸਤੇ ਵੱਡੀ ਮੁਸ਼ਕਲ ਜਿਹੜੀ ਆ ਜੀ ਉਹ ਖੜੀ ਹੋ ਜੂਗੀ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਪਹਿਲਾਂ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਨੇ ਉਹ ਇਹਨਾਂ ਵੱਡੇ ਆਗੂਆਂ ਦੇ ਘਰ ਘੇਰੀ ਬੈਠੇ ਨੇ ਔਰ ਉਹ ਘਰਾਂ ਦੇ ਮੂਹਰੋਂ ਉੱਠਣ ਵਾਸਤੇ ਤਿਆਰ ਜਿਹੜਾ ਜੀ ਉਹ ਨਹੀਂ। ਬਾਕੀ ਬਹੁਤਾ ਕੁਝ ਜਦੋਂ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਉਦੋਂ ਤੱਕ ਕਲੀਅਰ ਹੋ ਕੇ ਸਾਹਮਣੇ ਆਊਗਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਅਗਲੀ ਸਟ੍ਰੈਟਜੀ ਜਿਹੜੀ ਆ ਜੀ ਉਹ ਕੀ ਹੁੰਦੀ ਆ। ਇੱਕ ਗੱਲ ਲਗਭਗ ਤੈਅ ਆ ਕਿ ਇਸ ਮਾਮਲੇ ਦੇ ਵਿੱਚ ਨਾ ਤਾਂ ਟ੍ਰੇਨਾਂ ਜਿਹੜੀਆਂ ਰੋਕੀਆਂ ਗਈਆਂ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਛੋਟ ਮਿਲਣ ਦੀ ਆਸ ਹੈ, ਨਾ ਭਾਜਪਾ ਆਗੂਆਂ ਦਾ ਜਿਹੜਾ ਬਾਈਕਾਟ ਹੈ ਉਹਨੂੰ ਕਿਸੇ ਕਿਸਮ ਦੀ ਛੋਟ ਮਿਲਣ ਦੀ ਆਸ ਹੈ ਜੀ। ਤੇ ਪੰਨੂ ਸਾਹਿਬ, ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਦਾ ਐਲਾਨ ਕਰ ਦਿੱਤਾ ਗਿਆ, ਕਦੋਂ ਹੋਏਗਾ ਜੀ ਇਹ ਸਪੈਸ਼ਲ ਸੈਸ਼ਨ? ਬਿਲਕੁਲ ਜੀ, ਅੱਜ ਜਿਹੜੀ ਸੀਗੀ ਵੀਡੀਓ ਦੇ ਰਾਹੀਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਪੰਜਾਬ ਦੇ ਮੁੱਖ ਮੰਤਰੀ ਇਸ ਮਾਮਲੇ ਦੇ ਵਿੱਚ ਅੰਡਰ ਪ੍ਰੈਸ਼ਰ ਨੇ ਜੀ, ਔਰ ਕਿਉਂਕਿ
ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿਸਾਨ ਜਥੇਬੰਦੀਆਂ ਦੇ ਨਾਲ ਕਿ ਅਸੀਂ ਸਪੈਸ਼ਲ ਸੈਸ਼ਨ ਸੱਦਾਂਗੇ। ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨੀ ਅਲਟੀਮੇਟਮ ਦੇ ਦਿੱਤਾ ਸੀ ਉਹਨਾਂ ਨੂੰ ਵੀ ਜੇ 15 ਤਰੀਕ ਤੱਕ ਨਾ ਸੱਦਿਆ ਕਿ ਤੇ ਹਾਲ ਤੁਹਾਡਾ ਅਸੀਂ ਜਿਹੜਾ ਜੀ ਉਹ ਭਾਜਪਾ ਵਾਲਾ ਕਰਾਂਗੇ। ਮਤਲਬ ਕਿ ਫਿਰ ਅਸੀਂ ਕਾਂਗਰਸੀਆਂ ਨੂੰ ਵੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੜਨ ਨਹੀਂ ਦਿੰਦੇ ਜੀ। ਅੱਜ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੋਈ, ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 19 ਅਕਤੂਬਰ ਨੂੰ ਸੋਮਵਾਰ ਵਾਲੇ ਦਿਨ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਜਿਹੜਾ ਇਜਲਾਸ ਹੈ ਇੱਕ ਦਿਨ ਦਾ ਉਹ ਸੱਦਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਕੈਬਨਿਟ ਦੇ ਫੈਸਲੇ ਦਿਨ ਪੰਜਾਬ ਦੇ ਰਾਜਪਾਲ ਨੂੰ ਭਾਰਤੀ ਸੰਵਿਧਾਨ ਦੀ ਧਾਰਾ 174 ਦੇ ਕਲੌਜ਼ 1 ਦੇ ਤਹਿਤ 15ਵੀਂ ਵਿਧਾਨ ਸਭਾ ਦਾ 13ਵਾਂ ਵਿਸ਼ੇਸ਼ ਇਜਲਾਸ ਸੱਦਣ ਲਈ ਅਧਿਕਾਰਤ ਜਿਹੜਾ ਜੀ ਉਹ ਕੀਤਾ ਗਿਆ। 15ਵੀਂ ਵਿਧਾਨ ਸਭਾ ਦਾ 12ਵਾਂ ਇਜਲਾਸ 28 ਸਤੰਬਰ 2020 ਨੂੰ ਹੋਇਆ ਸੀਗਾ, ਜਿਹਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਗਏ ਕਿਸਾਨੀ ਜਿਣਸ ਵਪਾਰ ਤੇ ਵਣਜ ਉਤਸ਼ਾਹਿਤ ਕਰਨ ਤੇ ਸੁਖਾਲਾ ਬਣਾਉਣ ਬਿੱਲ 2020, ਕਿਸਾਨਾਂ ਦੇ ਸਸ਼ਕਤੀਕਰਨ ਤੇ ਸੁਰੱਖਿਆ, ਕੀਮਤਾਂ ਦੇ ਭਰੋਸੇ ਤੇ ਖੇਤੀ ਸੇਵਾਵਾਂ ਦੇ ਬਾਰੇ ਬਿੱਲ 2020 ਤੇ ਜ਼ਰੂਰੀ ਵਸਤਾਂ ਸੋਧ ਬਿੱਲ 2020 ਨੂੰ ਰੱਦ ਕਰਨ ਦਾ ਸਦਨ ਦੇ ਵਿੱਚ ਬਹੁਮਤ ਦੇ ਨਾਲ ਮਤਾ ਪਾਸ ਕੀਤਾ ਗਿਆ ਸੀ। ਉਦੋਂ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਸੀਗਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਸ ਗੱਲੋਂ ਖਚਾਈ ਵਿਰੋਧੀ ਧਿਰਾਂ ਨੇ ਕੀਤੀ ਕਿ ਉਹਨਾਂ ਨੇ ਇਹ ਮਤਾ ਜਿਹੜਾ ਸੀ ਉਹ ਪਾਸ ਕਰਕੇ ਕੇਂਦਰ ਦੀ ਸਰਕਾਰ ਨੂੰ ਭੇਜਿਆ ਹੀ ਨਾ ਜੀ, ਜਿਹੜਾ ਕਿ ਉਹਨਾਂ ਨੂੰ ਟੈਕਨੀਕਲੀ ਜਿਹੜਾ ਜੀ ਉਹ ਭੇਜਣਾ ਚਾਹੀਦਾ ਸੀ। ਇਸ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਅੰਡਰ ਪ੍ਰੈਸ਼ਰ ਜਿਹੜਾ ਜੀ ਉਹ ਸਨ, ਔਰ ਇਹ ਕਿਹਾ ਜਾ ਰਿਹਾ ਕਿ ਇਹ ਪ੍ਰੈਸ਼ਰ ਜਿਹੜਾ ਜੀ ਵਿਰੋਧੀ ਧਿਰਾਂ ਦਾ ਨਹੀਂ ਬਲਕਿ ਕਾਂਗਰਸ ਦਾ ਵੀ ਅੰਦਰੋਂ ਜਿਹੜਾ ਜੀ ਉਹ ਵੱਡਾ ਪ੍ਰੈਸ਼ਰ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਦੋਂ ਰਾਹੁਲ ਗਾਂਧੀ ਹੋਰਾਂ ਦੇ ਉਹਨਾਂ ਨੇ ਇੱਥੇ ਟਰੈਕਟਰਾਂ ਦਾ ਜਲੂਸ ਕੱਢਿਆ ਸੀ ਤਾਂ ਉਸ ਟਾਈਮ ਉਹ ਇਹ ਵਾਅਦਾ ਥਾਂ ਕਰਦੇ ਸੀਗੇ ਕਿ ਵਿਧਾਨ ਸਭਾ ਦਾ ਸੈਸ਼ਨ ਸੱਦਾਂਗੇ, ਮੁੜ ਕੇ ਉਹ ਇਸ ਮਾਮਲੇ ਦੇ ਉੱਤੇ ਚੁੱਪ ਕਰ ਗਏ। ਇਹਨੂੰ ਲੈ ਕੇ ਕਈ ਕਿਸਮ ਦੀਆਂ ਅਟਕਲਾਂ ਜਿਹੜੀਆਂ ਉਹ ਇੱਥੇ ਪੰਜਾਬ ਦੇ ਵਿੱਚ ਲੱਗ ਰਹੀਆਂ ਸੀ ਕਿ ਕਾਰਨ ਕੀ ਹੋਇਆ, ਕੈਪਟਨ ਅਮਰਿੰਦਰ ਸਿੰਘ ਹੋਰੀ ਹੁਣ ਸੈਸ਼ਨ ਕਿਉਂ ਨਹੀਂ ਸੱਦ ਰਹੇ। ਉਹਨਾਂ ਨੇ ਪਹਿਲਾਂ ਤਾਂ ਜਿਹੜੇ ਕਿਸਾਨਾਂ ਨੂੰ ਇਹ ਗੱਲ ਕਹੀ ਕਿ ਮੈਨੂੰ ਸੁਝਾਅ ਨਾ ਦਿਓ, ਮੈਂ ਆਪਣੇ ਤੌਰ ਦੇ ਉੱਤੇ ਕੰਮ ਜਿਹੜਾ ਜੀ ਉਹ ਕਰੂੰਗਾ। ਜਦੋਂ ਅਕਾਲੀ ਦਲ ਨੇ ਇਹ ਕਿਹਾ ਕਿ ਉਹ ਸੈਸ਼ਨ ਸੱਦਣ ਤਾਂ ਉਹਨਾਂ ਨੂੰ ਵੀ ਇਹੀ ਉਹਨਾਂ ਨੇ ਜਵਾਬ ਦਿੱਤਾ ਕਿ ਮੈਨੂੰ ਤੁਹਾਡੀ ਐਡਵਾਈਸ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਗੀ। ਪਰ ਇਹ ਜਿਹੜਾ ਕਾਂਗਰਸ ਨੇ ਔਰ ਖਾਸ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਵਿਸ਼ੇਸ਼ ਸੈਸ਼ਨ ਸੱਦਣ ਦਾ ਅੱਜ ਫੈਸਲਾ ਲਿਆ, ਇਹ ਅੰਡਰ ਪ੍ਰੈਸ਼ਰ ਲਿਆ। ਅਜੇ ਇਹ ਨਹੀਂ ਕਨਫਰਮ ਕਿ ਉਹ ਇਹਨੂੰ ਟੈਕਨੀਕਲੀ ਕਿਵੇਂ ਲੈਂਦੇ ਆ 19 ਤਰੀਕ ਨੂੰ। ਦੇਖੋ ਕਾਨੂੰਨ ਤਾਂ ਰੱਦ ਕਰਨੇ ਪੈਣੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਾਂਗਰਸ ਦੇ ਅੰਦਰੋਂ ਵੀ ਬਹੁਤ ਜਿਹੜਾ ਜੀ ਉਹ ਪ੍ਰੈਸ਼ਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਆ। ਕੇਂਦਰ ਦੀ ਜਿਹੜੀ ਸਰਕਾਰ ਹੈ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਪੰਜਾਬ ਦੀ ਵਿਧਾਨ ਸਭਾ ਨੇ ਇਹਨਾਂ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਦਾ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਦਿੱਤਾ, ਦੇਖੋ ਇਹਦੇ ਨਾਲ ਰੱਦ ਨਹੀਂ ਹੋ ਜਾਣੇ, ਪਰ ਇਹਦੇ ਨਾਲ ਇਹ ਜ਼ਰੂਰ ਹੋਊਗਾ ਕਿ ਜਿਹੜੇ ਗੈਰ ਭਾਜਪਾਈ ਰਾਜ ਨੇ ਉਹ ਇੱਕ ਦੂਜੇ ਤੋਂ ਅੱਗੇ ਹੋ ਕੇ ਜਿਹੜਾ ਜੀ ਇਹਨਾਂ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨਗੇ, ਜਿਹਦੇ ਵਿੱਚ ਪੱਛਮੀ ਬੰਗਾਲ ਖਾਸ ਤੌਰ ਦੇ ਉੱਤੇ ਕਿਹਾ ਜਾ ਸਕਦਾ ਹੈ, ਫਿਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੂਗਾ, ਮਹਾਰਾਸ਼ਟਰ ਦੇ ਵਿੱਚ ਕਿਉਂਕਿ ਉਸ ਸਰਕਾਰ ਦੇ ਵਿੱਚ ਸ਼ਰਦ ਪਵਾਰ ਬੈਠੇ ਆ ਜੀ, ਉੱਥੇ ਵੀ ਜਿਹੜਾ ਜੀ ਉਹ ਬਣੂਗਾ। ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਹੋਰਾਂ ਨੇ ਇਹ ਕਿਹਾ ਕਿ ਜਿਹੜੇ ਕਾਂਗਰਸੀ ਰਾਜ ਨੇ ਉਹ ਇਹਦਾ ਵਿਰੋਧ ਕਰਨ, ਮਤਲਬ ਕਿ ਉੱਥੇ ਵੀ ਫਿਰ ਮਤੇ ਜਿਹੜੇ ਜੀ ਪਾਸ ਹੋਣਗੇ। ਰਾਜਸਥਾਨ ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਮਤਾ ਜਿਹੜਾ ਜੀ ਉਹ ਪਾਸ ਹੋਊਗਾ, ਇਹ ਆਊਗਾ, ਵਿਧਾਨ ਸਭਾ ਦਾ ਸੈਸ਼ਨ ਵਿਸ਼ੇਸ਼ ਸੱਦਣਾ ਪਊਗਾ, ਜਿਹੜਾ ਕਿ ਕਿਤੇ ਨਾ ਕਿਤੇ ਮੁਸ਼ਕਲਾਂ ਜਿਹੜੀਆਂ ਉਹ ਕੇਂਦਰ ਦੀ ਸਰਕਾਰ ਦੇ ਵਾਸਤੇ ਖੜੀਆਂ ਕਰੂਗਾ ਜੀ। ਅੱਛਾ ਪੰਨੂ ਸਾਹਿਬ, ਜਿਹੜੇ ਟੋਲ ਪਲਾਜ਼ੇ ਹੁਣ ਬੰਦ ਹੋਏ ਨੇ ਕਿਉਂਕਿ ਕਿਸਾਨਾਂ ਦੇ ਅੰਦੋਲਨ ਕਰਕੇ, ਉਹਦੇ ਨਾਲ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਕਿੰਨਾ ਘਾਟਾ ਪੈ ਰਿਹਾ ਜੀ? ਵੱਡਾ ਘਾਟਾ ਜਿਹੜਾ ਜੀ ਉਹ ਪੈ ਰਿਹਾ। ਕਿਸਾਨ ਅੰਦੋਲਨ ਜਾਰੀ ਆ, ਸੜਕਾਂ ਤੋਂ ਰੇਲਵੇ ਟਰੈਕ ਤੱਕ ਕਿਸਾਨ ਮੋਰਚੇ ਦੇ ਉੱਤੇ ਡਟੇ ਹੋਏ ਆ। ਜਿਹੜੇ ਪੈਟਰੋਲ ਪੰਪ ਨੇ ਰਿਲਾਇੰਸ ਦੇ ਉਹ ਸਾਰੇ ਬੰਦ ਨੇ, ਜਿਹੜੇ ਰਿਲਾਇੰਸ ਦੇ ਮਾਲਸ ਨੇ ਉਹ ਇੱਥੇ ਬੰਦ ਨੇ। ਕਿਸਾਨਾਂ ਦਾ ਜਿਹੜਾ ਰੋਹ ਆ ਉਹਦਾ ਸੇਕ ਨਿੱਜੀ ਅਦਾਰਿਆਂ ਨੂੰ ਪੈ ਰਿਹਾ, ਭਾਰੀ ਨੁਕਸਾਨ ਜਿਹੜਾ ਉਹ ਝੱਲਣਾ ਪੈ ਰਿਹਾ। ਅੰਬਾਨੀ ਗਰੁੱਪ ਦੇ ਰਿਲਾਇੰਸ ਪੈਟਰੋਲ ਪੰਪ ਜਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧੀਨ ਆਉਂਦੇ ਜਿਹੜੇ ਪ੍ਰਾਈਵੇਟ ਟੋਲ ਟੈਕਸ ਨੇ, ਉੱਥੇ ਆ ਕੇ ਕਿਸਾਨ ਸਾਰੇ ਜਗ੍ਹਾ ਦੇ ਉੱਤੇ ਬਹਿ ਗਏ ਨੇ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧੀਨ ਜਿਹੜਾ ਆਉਂਦਾ IVRCL ਕੰਪਨੀ ਦੇ ਟੋਲ ਪਲਾਜ਼ੇ 6 ਦਿਨਾਂ ਤੋਂ ਕਿਸਾਨ ਉੱਥੇ ਬੈਠੇ ਨੇ।
ਗੱਡੀਆਂ ਨੂੰ ਸਿੱਧੇ ਤੌਰ ਦੇ ਉੱਤੇ ਬਿਨਾਂ ਪਰਚੀ ਤੋਂ ਲੰਘਾਇਆ ਜਾ ਰਿਹਾ। ਪੰਜਾਬ ਦੇ ਵਿੱਚ ਸਭ ਤੋਂ ਵੱਡਾ ਟੋਲ ਪਲਾਜ਼ਾ ਜਿਹੜਾ ਲਾਡੋਵਾਲ ਹੈ ਜੀ, ਫਲੌਰ ਦੇ ਨਜ਼ਦੀਕ ਸਤਲੁਜ ਦਰਿਆ ਦੇ ਉੱਤੇ, ਇੱਥੇ 5 ਦਿਨਾਂ ਤੋਂ ਜਿਹੜੇ ਜੀ ਉਹ ਕਿਸਾਨ ਬੈਠੇ ਨੇ ਔਰ ਇੱਥੇ ਜਿਹੜਾ ਜੀ 50 ਲੱਖ ਰੁਪਏ ਦਾ ਘਾਟਾ ਰੋਜ਼ ਦਾ ਟੋਲ ਕੰਪਨੀ ਨੂੰ ਜਿਹੜਾ ਪੈ ਰਿਹਾ। ਔਰ ਇਹ ਜਿਹੜਾ ਟੋਲ ਪਲਾਜ਼ਾ ਲਾਡੋਵਾਲ ਵਾਲਾ ਹੈ ਜੀ, ਇਹ ਭਾਰਤ ਦੇ ਗ੍ਰਹਿ ਮੰਤਰੀ ਦੇ ਮੁੰਡੇ ਦਾ ਜਿਹੜਾ ਜੀ ਠੇਕਾ ਉਹਦੇ ਕੋਲੇ ਆ, ਮਤਲਬ ਕਿ ਇਹਦਾ ਜਿਹੜਾ ਜੀ। ਔਰ ਜਿਹੜੀ ਟੋਲ ਟੈਕਸ ਕੰਪਨੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਆ, ਉਹ ਇੱਕ ਜਿਹੜਾ ਇਹ ਟੋਲ ਪਲਾਜ਼ਾ ਜੰਡਿਆਲਾ ਗੁਰੂ ਦੇ ਕੋਲੇ ਉਹਨੂੰ ਪ੍ਰਤੀ ਦਿਨ 3 ਲੱਖ ਰੁਪਈਆ ਜਿਹੜਾ ਜੀ ਉਹ ਦਿੰਦੀ ਆ। ਔਰ 10 ਤੋਂ 1 ਜਿਹੜਾ ਟੋਲ ਪਲਾਜ਼ਾ ਜੰਡਿਆਲਾ ਗੁਰੂ ਵਾਲਾ, ਔਰ 10 ਤੋਂ 13,000 ਦੇ ਕਰੀਬ ਗੱਡੀਆਂ ਇੱਥੋਂ ਜਿਹੜੀਆਂ ਜੀ ਉਹ ਲੰਘਦੀਆਂ ਨੇ। ਜੇ ਆਪਾਂ ਓਵਰਆਲ ਸਾਰਾ ਗੱਲ ਕਰੀਏ ਜੀ, ਕੋਈ 2.25 ਕਰੋੜ ਰੁਪਈਏ ਤੋਂ ਲੈ ਕੇ 2.5 ਕਰੋੜ ਰੁਪਈਏ ਦੀ ਵਟਤ ਜਿਹੜੀ ਉਹ ਰੋਜ਼ ਦੀ ਇਹਨਾਂ ਟੋਲ ਪਲਾਜ਼ਿਆਂ ਤੋਂ, ਜਿਹੜੀ ਕਿ ਬਹੁਤ ਵੱਡਾ ਅਮਾਉਂਟ ਜਿਹੜਾ ਜੀ ਉਹ ਹੈ। ਮਤਲਬ ਕਿ ਜੇ 2 ਕਰੋੜ ਰੁਪਈਆ ਵੀ ਚਲੋ ਤੁਸੀਂ ਜਿਹੜਾ ਜੀ ਉਹ ਲਾ ਕੇ ਚੱਲੋ, ਪਿਛਲੇ 10 ਦਿਨ ਤੋਂ ਜੇ ਆਪਾਂ ਜਿਹੜਾ ਜੀ ਉਹ ਲਾ ਕੇ ਚੱਲੀਏ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਘਾਟਾ ਜਿਹੜਾ ਜੀ ਉਹ ਪੈ ਗਿਆ। ਰਿਲਾਇੰਸ ਦੇ ਪੈਟਰੋਲ ਪੰਪ ਜਾਂ ਜਿਹੜੀਆਂ ਮਾਲਸ ਨੇ, ਜਿਹੜੀਆਂ ਕੋਵਿਡ-19 ਤੋਂ ਬਾਅਦ ਜਿਹੜਾ ਜੀ ਉਹ ਹੁਣ ਉੱਭਰੀਆਂ ਨੇ, ਉੱਥੇ ਵੀ ਜਿਹੜਾ ਜੀ ਉਹ ਨਾ ਮਾਤਰ ਲੋਕ ਜਿਹੜਾ ਜਾ ਰਹੇ, ਅੰਦਰ ਬੰਦ ਪਿਆ ਸਾਰਾ ਕੁਝ ਜਿਹੜਾ ਜੀ, ਕਿਸੇ ਪੈਟਰੋਲ ਪੰਪ ਤੇ ਤੋਂ ਪੈਟਰੋਲ ਜਿਹੜਾ ਜੀ ਉਹ ਨਹੀਂ ਪਾਉਣ ਦਿੱਤਾ ਜਾ ਰਿਹਾ। ਜਿਹੜੇ ਲੋਕ ਨੇ ਉਹ ਇਸ ਗੱਲੋਂ ਸੌਖੇ ਨੇ। ਮੈਂ ਅੱਗੇ ਵੀ ਇੱਕ ਦਿਨ ਜਿਹੜੀ ਜੀ ਉਹ ਖਬਰ ਸਾਂਝੀ ਕੀਤੀ ਸੀ, ਆਪਾਂ ਗੱਲਬਾਤ ਉਹਦੇ ਉੱਤੇ ਕੀਤੀ ਸੀਗੀ ਕਿ ਜਿਹੜਾ ਪੰਜਾਬ ਆ ਉਹ ਟੋਲ ਫ੍ਰੀ ਹੋ ਗਿਆ ਜੀ। ਮਤਲਬ ਕਿ ਟੋਲ ਫ੍ਰੀ, ਇੱਕ ਤਾਂ ਕਿਉਂਕਿ 1-800 ਲਾਈਨ ਹੁੰਦੀ ਹੈ ਕੈਨੇਡਾ ਅਮਰੀਕਾ ਦੇ ਵਿੱਚ, ਇਹ ਜਿਹੜੇ ਟੋਲ ਪਲਾਜ਼ੇ ਨੇ ਜਿਹੜੇ ਸੜਕਾਂ ਵਾਲੇ, ਉਸ ਪੱਖੋਂ ਜਿਹੜਾ ਦੀ ਉਹ ਟੋਲ ਫ੍ਰੀ ਇਹ ਹੋਇਆ। ਅੱਛਾ, ਜਿਹੜੇ ਲੰਘਣ ਵਾਲੇ ਆ ਵੀਰੇ ਜੀ ਉਹ ਬੜੇ ਸੌਖੇ ਆ, ਉਹ ਹਾਰਨ ਮਾਰ ਕੇ ਲੰਘਦੇ ਨੇ, ਜਾਂ ਉਹ ਗੱਡੀ ਆਪਣੀ ਅੱਗੇ ਜਾ ਕੇ ਟੋਲ ਪਲਾਜ਼ੇ ਤੋਂ ਨਿਕਲ ਕੇ ਫ੍ਰੀ ਫਿਰ ਜਿਹੜਾ ਜੀ ਉਹ ਖੜੀ ਕਰਦੇ ਆ ਗੱਡੀ। ਕਿਸਾਨ ਜਥੇਬੰਦੀਆਂ ਦੇ ਕੋਲੇ ਜਿਹੜਾ ਜੀ ਉਹ ਆਉਂਦੇ ਆ। ਜੇ ਸਭ ਤੋਂ ਵੱਧ ਜਿਹੜਾ ਰਾਸ਼ਨ ਹੈ ਉਹ ਟੋਲ ਪਲਾਜ਼ਿਆਂ ਦੇ ਉੱਤੇ ਹੀ ਹੈ। ਕਿਸਾਨ ਜਿਹੜੇ ਵਰਕਰ ਨੇ ਵੱਖ-ਵੱਖ ਜਥੇਬੰਦੀਆਂ ਦੇ, ਉਹਨਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਜਿਹੜੇ ਆ ਜੀ ਉਹ ਬੈਠੇ ਹੋਏ ਆ। ਔਰ ਸਭ ਤੋਂ ਵੱਡਾ ਜਿਹੜਾ ਇਫੈਕਟ ਹੈ ਉਹ ਇੱਥੋਂ ਹੀ ਜਿਹੜਾ ਜੀ ਉਹ ਪੈ ਰਿਹਾ। ਕੁਝ ਲੋਕ ਸੋਚਦੇ ਆ ਕਿ ਰਿਲਾਇੰਸ ਵਰਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਇਹਨਾਂ ਮਾੜੇ ਮੋਟੇ ਘਾਟਿਆਂ ਦੇ ਨਾਲ ਜਿਹੜਾ ਜੀ ਉਹ ਕੀ ਅਸਰ ਪੈਣਾ। ਇਸ ਤਰ੍ਹਾਂ ਨਹੀਂ ਗਾ। ਘਾਟਾ ਤਾਂ ਜਿਹੜਾ, ਕਿਉਂਕਿ ਜਿਹੜਾ ਬਿਜ਼ਨਸਮੈਨ ਹੈ ਜੀ ਉਹ ਘਾਟਾ ਤਾਂ ਇੱਕ ਛੋਟੀ ਤੋਂ ਛੋਟੀ ਹੱਟੀ ਤੋਂ ਵੀ ਨਹੀਂ ਜਿਹੜਾ ਜੀ ਉਹ ਝੱਲ ਸਕਦਾ। ਇਸ ਕਰਕੇ ਇਹ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਘਾਟਾ ਟੋਲ ਪਲਾਜ਼ਿਆਂ ਤੋਂ ਹੀ ਪੈ ਰਿਹਾ। ਕੁਝ 2.25 ਕਰੋੜ ਰੁਪਈਏ ਦੇ ਕਰੀਬ ਪੰਜਾਬ ਤੋਂ ਜਿਹੜਾ ਕਲੈਕਟ ਹੁੰਦਾ ਟੋਲ ਪਲਾਜ਼ਿਆਂ ਦੇ ਰੂਪ ਦੇ ਵਿੱਚ। ਕਿਉਂਕਿ ਕੋਈ ਸਮਾਂ ਸੀਗਾ ਨਾ, ਤੁਸੀਂ ਇੱਥੋਂ ਜੋ ਚੰਡੀਗੜ੍ਹ ਤੋਂ ਚੱਲ ਪੋ, ਬਠਿੰਡੇ ਵਾਲੀ ਸਾਈਡ ਨੂੰ ਕੋਈ ਟੋਲ ਪਲਾਜ਼ਾ ਨਹੀਂ ਸੀ ਹੁੰਦਾ। ਔਰ ਇਹ ਕਿਹਾ ਜਾਂਦਾ ਸੀਗਾ ਕਿਉਂਕਿ ਬਾਦਲਾਂ ਨੇ ਰਾਜ ਕੀਤਾ ਇਸ ਕਰਕੇ ਇੱਧਰ ਟੋਲ ਪਲਾਜ਼ਾ ਨਹੀਂ। ਹੁਣ ਤੁਸੀਂ ਬਠਿੰਡੇ ਤੋਂ ਚੱਲੋ ਜ਼ੀਰਕਪੁਰ ਤੱਕ 5 ਟੋਲ ਪਲਾਜ਼ੇ ਆ ਜੀ। ਬਠਿੰਡੇ ਤੋਂ ਅੰਮ੍ਰਿਤਸਰ ਨੂੰ ਚੱਲੋ, ਤੁਹਾਨੂੰ 5 ਟੋਲ ਪਲਾਜ਼ੇ ਜਿਹੜੇ ਜੀ ਇਹ 6 ਟੋਲ ਪਲਾਜ਼ੇ ਜਿਹੜੇ ਜੀ ਇਸ ਸਾਈਡ ਨੂੰ ਪੈਂਦੇ ਆ। ਤੁਸੀਂ ਕਿਸੇ ਸੜਕ ਦੇ ਉੱਤੇ ਨਿਕਲ ਜਾਓ, ਕੋਈ ਤੁਹਾਨੂੰ ਸੜਕ ਇਸ ਤਰ੍ਹਾਂ ਦੀ ਨਹੀਂ ਮਿਲੂਗੀ ਜਿੱਥੇ ਕਿ ਇਹ ਟੋਲ ਜਿਹੜੇ ਕਲੈਕਟ ਕਰਨ ਵਾਲੀਆਂ ਦੁਕਾਨਾਂ ਜਿਹੜੀਆਂ ਜੀ ਉਹ ਆ ਕੇ ਨਹੀਂ ਬੈਠ ਗਈਆਂ। ਲੋਕ ਚੁੱਪ ਕਰਕੇ ਟੋਲ ਜਿਹੜਾ ਜੀ ਉਹ ਦੇਈ ਜਾ ਰਹੇ ਸੀਗੇ। ਜਦੋਂ ਕੋਵਿਡ ਲੰਘਿਆ ਤੇ ਇਹ ਕੰਪਨੀਆਂ ਚਲੇ ਗਈਆਂ ਸਰਕਾਰਾਂ ਦੇ ਕੋਲੇ, ਸਾਨੂੰ ਤਾਂ ਘਾਟਾ ਪੈ ਗਿਆ, ਸਰਕਾਰਾਂ ਨੇ ਟੋਲ ਵਧਾ ਦਿੱਤੇ ਔਰ ਚੁੱਪ ਕੀਤਾ। ਜਿਹੜਾ ਲੋਕ ਚੁੱਪ ਕਰਕੇ ਦੇਈ ਜਾਂਦੇ ਸੀ। ਅੱਛਾ, ਗੁੱਸਾ ਸੀਗਾ ਲੋਕਾਂ ਦੇ ਮਨਾਂ ਦੇ ਅੰਦਰ। ਸ਼ਾਇਦ ਟੋਲ ਪਲਾਜ਼ਿਆਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਆ ਕੇ ਬੈਠਣਾ ਉਹ ਗੁੱਸਾ ਹੈ ਜਿਹੜਾ ਕਿਸੇ ਨਾ ਕਿਸੇ ਰੂਪ 'ਚ ਲੋਕ ਕੱਢ ਰਹੇ ਜੀ। ਪਨੂ ਸਾਹਿਬ, ਬਹਿਬਲ ਕਲਾਂ ਗੋਲੀकांड ਨੂੰ ਅੱਜ 5 ਸਾਲ ਪੂਰੇ ਹੋ ਗਏ ਨੇ। ਜੇ ਰੀਕੈਪ ਕਰੀਏ, ਹਲੇ ਤੱਕ ਗੱਲ ਤੇ ਬਹੁਤ ਹੁੰਦੀ ਰਹੀ ਇਨਸਾਫ ਦੀ, ਪਰ ਇਨਸਾਫ ਹਲੇ ਤੱਕ ਮਿਲਿਆ ਨਹੀਂ ਤੇ ਜਿਹੜੀ ਉਹਦੀ ਉਮੀਦ ਹੈ ਉਹ ਵੀ ਹੋਰ ਧੁੰਦਲੀ ਹੋਈ ਜਾਂਦੀ ਆ। ਦੇਖੋ, ਇੰਗਲਿਸ਼ ਦੀ ਕਹਾਵਤ ਹੈ ਜੀ ਕਿ ਜਸਟਿਸ ਡਿਲੇ ਜਸਟਿਸ ਡਿਨਾਈਡ। ਮਤਲਬ ਕਿ ਉਹ ਮਿਲਦਾ ਨਹੀਂਗਾ ਜੀ ਜੇ ਡਿਲੇ ਹੋ ਗਿਆ। ਮੈਨੂੰ ਲੱਗਦਾ ਜੀ ਕਿ ਕਿਤੇ ਨਾ ਕਿਤੇ, ਹਾਲਾਂਕਿ ਇਹ ਆ ਕਿ ਆਸਵੰਦ ਤਾਂ ਰਹਿਣਾ ਚਾਹੀਦਾ। ਉਹ ਮੈਂ ਲਾਸਟ ਦੱਸਦਾ ਕਿ ਆਸਵੰਦ ਕਿਉਂ ਜਿਹੜੀ ਆਸ ਕਿਤੇ ਨਾ ਕਿਤੇ ਜਿਹੜੀ ਉਹ ਵੱਜਦੀ ਆ। ਪਰ ਫਿਰ ਵੀ 5 ਵਰ੍ਹੇ ਹੋ ਗਏ ਜੀ। ਅੱਜ ਦਾ ਦਿਨ ਸੀਗਾ 2015 ਦੇ ਵਿੱਚ 14 ਤਰੀਕ ਨੂੰ, ਜਦੋਂ ਬਹਿਬਲ ਕਲਾਂ ਦੇ ਵਿੱਚ ਗੋਲੀ ਜਿਹੜੀ ਹੈ ਜੀ ਉਹ ਚੱਲਦੀ ਆ। ਕੋਟਕਪੂਰਾ ਦੇ ਚੌਂਕ ਦੇ ਵਿੱਚ ਜਿਹੜੀ ਸੰਗਤ ਬੈਠੀ ਸੀਗੀ ਨਿਹੱਥੀ,
ਔਰ ਇਹ ਵਿਰੋਧ ਕਰ ਰਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ। ਰੋਸ ਦੇ ਵਜੋਂ ਇਹ ਲੋਕ ਬੈਠੇ ਸਨ, ਬਿਨਾਂ ਕਿਸੇ ਹਥਿਆਰ ਤੋਂ, ਬਿਨਾਂ ਕਿਸੇ ਕੋਈ ਗਰਮ ਜੋਸ਼ੀ ਵਾਲੇ ਨਾਅਰੇ ਤੋਂ ਪਾਠ ਕਰ ਰਹੀਆਂ ਸੰਗਤਾਂ ਦੇ ਉੱਤੇ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਆ ਉਹ ਲਿਆ ਕੇ ਸੁੱਟਿਆ ਗਿਆ, ਮੁੜ ਕੇ ਡਾਂਗਾਂ ਚਲਾਈਆਂ ਗਈਆਂ। ਇਹ ਖਬਰ ਆ ਗਈ ਕਿ ਕੁਝ ਲੋਕ ਬਹਿਬਲ ਕਲਾਂ ਜਿਹੜਾ ਜੀ ਉਹ ਇਕੱਠੇ ਹੋ ਗਏ ਆ। ਮੋਗੇ ਦਾ ਐਸਐਸਪੀ ਮੋਗੇ ਦਾ ਕੋਟਕਪੂਰੇ ਕੀ ਕਰਦਾ ਫਿਰਦਾ? ਚਰਨਜੀਤ ਸ਼ਰਮਾ ਉਹ ਤੇ ਉਹਦੇ ਸਾਥੀ ਬਹਿਬਲ ਕਲਾਂ ਵੱਲ ਨੂੰ ਹੋ ਤੁਰੇ ਔਰ ਉੱਥੇ ਜਾ ਕੇ ਸਿੱਧੀਆਂ ਗੋਲੀਆਂ ਜਿਹੜੀਆਂ ਸੀ ਉਹ ਚਲਾਤੀਆਂ। ਇਹਦੇ ਵਿੱਚ ਪਿੰਡ ਨਿਆਮੀ ਵਾਲਾ ਦਾ ਰਹਿਣ ਵਾਲਾ ਕ੍ਰਿਸ਼ਨ ਭਗਵਾਨ ਸਿੰਘ ਤੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਗੁਰਜੀਤ ਸਿੰਘ, 2 ਜਾਣਿਆਂ ਦੀ ਮੌਤ ਹੋ ਗਈ, 33 ਜਾਣੇ ਜ਼ਖਮੀ ਹੋ ਗਏ। 14 ਨੂੰ ਗੋਲੀ ਚੱਲਦੀ ਹੈ, 21 ਅਕਤੂਬਰ ਨੂੰ ਪਰਚਾ ਦਰਜ ਕੀਤਾ ਜਾਂਦਾ ਅਣਪਛਾਤੀ ਪੁਲਿਸ ਦੇ ਉੱਤੇ। ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਪੁਲਿਸ ਵੀ ਅਣਪਛਾਤੀ ਹੋ ਗਈ। ਔਰ ਉਦੋਂ ਬਾਅਦ ਜੋਰਾ ਸਿੰਘ ਕਮਿਸ਼ਨ ਬਣਦਾ। ਜੋਰਾ ਸਿੰਘ ਕਮਿਸ਼ਨ ਦੇ ਵਿੱਚੋਂ ਕੁਝ ਨਹੀਂ ਕੱਢਣ ਪਾਉਣ ਨੂੰ ਜਿਹੜਾ ਦੀ ਉਹ ਨਿਕਲਦਾ। ਫਿਰ ਸਿਆਸਤ ਸ਼ੁਰੂ ਹੋ ਜਾਂਦੀ ਹੈ। ਸਿਆਸਤ ਸ਼ੁਰੂ ਹੁੰਦੀ ਆ, ਚੋਣਾਂ ਹੋ ਜਾਂਦੀਆਂ ਨੇ। ਕਾਂਗਰਸ ਜਿਹੜੀ ਆ ਇਸ ਮੁੱਦੇ ਨੂੰ ਭਨਾਉਂਦੀ ਆ। ਇਹ ਕਹਿੰਦੀ ਆ, ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਕਹਿੰਦੇ ਆ ਕਿ ਅਸੀਂ ਇਨਸਾਫ ਦਿਵਾਵਾਂਗੇ। ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ। ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਨਿਯੁਕਤ ਕਰ ਦਿੱਤਾ ਜਾਂਦਾ। ਉਹਦੀ ਰਿਪੋਰਟ ਆ ਜਾਂਦੀ ਆ। ਵਿਧਾਨ ਸਭਾ ਦਾ 1 ਦਿਨ ਦਾ ਸੈਸ਼ਨ ਹੁੰਦਾ। ਮੰਤਰੀ ਝੋਲੀਆਂ ਅੱਡ ਕੇ ਮੁੱਖ ਮੰਤਰੀ ਦੇ ਸਾਹਮਣੇ ਤਰਲੇ ਕਰਦੇ ਆ ਕਿ ਜੇ ਸਾਨੂੰ ਕੁਝ ਚਾਹੀਦਾ ਤੇ ਬਸ ਬਾਈਬਲ ਕਲਾਂ ਵਾਲੇ ਮਾਮਲੇ ਦੇ ਉੱਤੇ ਇਨਸਾਫ ਸਾਨੂੰ ਜਿਹੜਾ ਜੀ ਉਹ ਦਵਾ ਦਿਓ। SIT ਦੇ ਵਿੱਚ ਉਦੋਂ ਦੇ DGP ਜਿਹੜੀ ਹੁਣ SIT ਕੰਮ ਕਰ ਰਹੀ ਹੈ, ਸੁਮੇਧ ਸੈਣੀ, IG ਪਰਮਰਾਜ ਸਿੰਘ ਉਮਰਾ ਨੰਗਲ, SSP ਚਰਨਜੀਤ ਸ਼ਰਮਾ, SP ਬਲਜੀਤ ਸਿੰਘ ਸਿੱਧੂ, ਪਰਮਜੀਤ ਸਿੰਘ ਪੰਨੂ, ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਥਾਣਾ ਬਾਜਾ ਖਾਨਾ ਦਾ ਉਦੋਂ ਦਾ SHO ਅਮਰਜੀਤ ਸਿੰਘ ਕੁਲਾਰ, ਸਿਟੀ ਕੋਟਕਪੂਰਾ ਦਾ SHO ਗੁਰਦੀਪ ਪੰਧੇਰ ਨੂੰ ਪੁਲਿਸ ਨਾਮਜ਼ਦ ਕਰ ਲੈਂਦੀ ਹੈ। ਗੁਰਦੀਪ ਪੰਧੇਰ ਵਾਦਾ ਮਾਫ ਗਵਾਹ ਬਣ ਜਾਂਦਾ। ਹੁਣ ਸਵਾਲ ਜਿਹੜਾ ਨਾ ਜੀ ਇਹ ਆ ਕਿ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਇਹ ਸੰਗਤ ਇੱਥੇ ਬੈਠਦੀ ਆ, ਉਸ ਤੋਂ ਬਾਅਦ ਚੱਬੇ 'ਚ ਇੱਕ ਇਕੱਠ ਸੱਦਿਆ ਜਾਂਦਾ ਜਿਹਨੂੰ ਸਰਬੱਤ ਖਾਲਸਾ ਨਾਮ ਦਿੱਤਾ ਜਾਂਦਾ। ਉਹਦੇ ਆਗੂ ਅੱਜ ਜਵਾਬ ਉਹਨਾਂ ਨੂੰ ਦੇਣਾ ਚਾਹੀਦਾ ਕਿ ਉੱਥੇ ਤੁਸੀਂ ਕੀ ਪ੍ਰੋਗਰਾਮ ਦਿੱਤਾ ਸੀਗਾ। 5 ਸਾਲ ਬੀਤ ਗਏ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਉਦੋਂ ਬਾਅਦ ਬਰਗਾੜੀ ਦੇ ਵਿੱਚ ਮੋਰਚਾ ਲੱਗਦਾ। ਬਰਗਾੜੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਪ ਮੁਹਾਰੇ ਪਹੁੰਚ ਜਾਂਦੇ ਆ। ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਵਰਗੇ ਆਗੂ ਲੋਕਾਂ ਨੂੰ ਗੁੰਮਰਾਹ ਕਰਦੇ ਆ। ਅੱਜ ਜਵਾਬ ਦੇਣ 5 ਸਾਲ ਹੋ ਗਏ, ਕੀ ਹੋਇਆ? 2 ਸਾਲ ਤਾਂ ਮੋਰਚਾ ਚੁੱਕੇ ਨੂੰ ਹੋ ਗਏ, ਕੀ ਹੋਇਆ? ਜਿਹੜੀ ਮੌਜੂਦਾ ਸਰਕਾਰ ਹੈ ਕਾਂਗਰਸ ਦੀ, ਉਹਨੂੰ ਅੱਜ ਪੌਣੇ 4 ਵਰ੍ਹੇ ਹੋ ਗਏ। ਇਹਦੇ 3 ਮੰਤਰੀ ਜਾ ਕੇ ਬਰਗਾੜੀ ਵਾਲਾ ਮੋਰਚਾ ਚੁਕਵਾ ਕੇ ਆਏ ਸੀਗੇ। ਉਹ ਜਵਾਬ ਦੇਣ ਜੀ ਇਸ ਮਾਮਲੇ ਦੇ ਉੱਤੇ ਕੀ ਹੋਇਆ। 2 ਸਾਲ ਜਿਹੜੇ ਜੀ ਉਹ ਮੋਰਚੇ ਨੂੰ ਖਤਮ ਹੋਏ ਨੂੰ ਵੀ ਹੋ ਗਏ। ਹੁਣ ਤੱਕ ਤੁਸੀਂ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕੀ ਕੀਤਾ ਕਰਾਇਆ? ਹਾਂ, ਆਸ ਜਿੱਥੋਂ ਵੱਜਦੀ ਹੈ, ਮੈਂ ਜਿਹੜੀ ਗੱਲ ਕੀਤੀ ਸੀ ਉਹ ਇੱਕੋ ਚੀਜ਼ ਦੇ ਉੱਤੋਂ ਵੱਜਦੀ ਆ ਕਿ SIT ਦੇ ਵਿੱਚ ਇੱਕ ਬੇਹੱਦ ਇਮਾਨਦਾਰ ਆਫੀਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ ਜੀ, ਜਿਹੜਾ ਕਿ ਲਗਾਤਾਰ ਸਿਰ ਸੁੱਟ ਕੇ ਇਸ ਮਾਮਲੇ ਦੇ ਵਿੱਚ ਲੱਗਿਆ ਹੋਇਆ। ਸਵਾਲ ਇਹ ਆ ਕਿ ਜਿਹੜੇ ਵੱਡੇ ਨਾਮ ਨੇ ਇਹਦੇ ਵਿੱਚ, ਜਦੋਂ ਸਾਬਕਾ DGP ਸੁਮੇਧ ਸੈਣੀ ਦਾ ਨਾਮ ਆ ਗਿਆ ਤੇ ਫਿਰ ਇਹਦੇ ਵਿੱਚ ਅਜੇ ਨਾਮ ਆਉਣਾ ਬਾਕੀ ਆ ਉਦੋਂ ਦੇ ਗ੍ਰਹਿ ਮੰਤਰੀ ਜਿਹੜੇ ਸੀ, ਕਿਉਂਕਿ ਡਾਇਰੈਕਸ਼ਨ ਤਾਂ ਉਹਨੇ ਹੀ ਦਿੱਤੀਆਂ ਹੋਣਗੀਆਂ ਨਾ ਜੀ ਕਿਤੇ ਨਾ ਕਿਤੇ। ਹੁਣ ਵੇਖਣਾ ਇਹ ਹੋਊਗਾ ਉਹਦਾ। ਔਰ ਖਾਸ ਤੌਰ ਦੇ ਉੱਤੇ ਇਹ ਸਾਰੇ ਮਾਮਲੇ ਦੇ ਵਿੱਚ, ਚਾਹੇ ਉਹ ਬੇਅਦਬੀ ਵਾਲੀ SIT ਸੀਗੀ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਦੇ ਵਿੱਚ, ਚਾਹੇ ਇਹ, ਕਿਉਂਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਦਾ ਮੁੱਢ ਕਿੱਥੋਂ ਵੱਜਦਾ ਜੀ? ਮੁੱਢ ਜਿਹੜਾ ਵੱਜਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਸਰਸੇ ਵਾਲੇ ਨੂੰ ਮਾਫ ਕੀਤਾ ਜਾਂਦਾ ਜੀ ਗੁਰਬਚਨ ਸਿੰਘ ਦੇ ਵੱਲੋਂ, ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ। ਫਿਰ ਉਹ ਮਾਫੀ ਜਿਹੜੀ ਆ 96 ਲੱਖ ਦੇ ਇਸ਼ਤਿਹਾਰ ਜਿਹੜੇ ਉਹ ਦਵਾ ਕੇ ਉਹਨੂੰ ਜਸਟੀਫਾਈ ਕੀਤਾ ਜਾਂਦਾ। ਫਿਰ ਇਸ ਮਾਫੀ ਨੂੰ ਵਾਪਸ ਜਿਹੜਾ ਜੀ ਉਹ ਲਿਆ ਜਾਂਦਾ। ਇਹਦੇ ਵਿੱਚ ਸਰਸੇ ਵਾਲੇ ਦੀ ਫਿਲਮ ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚ ਲਾਈ ਜਾਂਦੀ ਆ। ਇਹ ਸਰਸੇ ਵਾਲਾ ਉਹਦੇ ਵਿੱਚ ਸਿੱਧਾ ਜਿਹੜਾ ਜੀ ਆਉਂਦਾ, ਉਹਦੇ ਤੋਂ ਅੱਜ ਤੱਕ ਜਿਹੜੀ ਆ ਜੀ ਇਹ ਪੁੱਛਗਿੱਛ ਨਹੀਂ ਕੀਤੀ ਗਈ। ਇਹ ਸਵਾਲ ਅੱਜ ਵੀ ਬਹੁਤ ਵੱਡੇ ਰੂਪ ਦੇ ਵਿੱਚ ਖੜੇ ਨੇ ਜੀ। ਅੱਛਾ ਪੰਨੂ ਸਾਹਿਬ, ਤਨਿਸ਼ਕ ਵਾਲੇ ਸਟੋਰ ਬਾਰੇ ਜਾਂ ਤਨਿਸ਼ਕ ਦੀ ਐਡ ਬਾਰੇ ਤੁਸੀਂ ਕੱਲ ਗੱਲ ਸਾਂਝੀ ਕੀਤੀ ਸੀ ਵੀ ਉਹਨੂੰ ਲੈ ਕੇ ਬੈਕਲੈਸ਼ ਹੋ ਗਿਆ, ਤੇ ਉਸ ਤੋਂ ਬਾਅਦ ਹੁਣ ਜਿਹੜਾ ਸਟੋਰ ਹੈ ਗੁਜਰਾਤ 'ਚ ਇੱਕ ਤਨਿਸ਼ਕ ਦਾ, ਉੱਤੇ ਹਮਲਾ ਹੋਇਆ ਜੀ ਅੱਜ। ਇਹ ਕੱਛ ਜ਼ਿਲ੍ਹੇ ਦੇ ਵਿੱਚ ਗਾਂਧੀ ਧਾਮ
ਦੇ ਵਿੱਚ ਤਨਿਸ਼ਕ ਦਾ ਇੱਕ ਸ਼ੋਰੂਮ ਹੈ ਜੀ, ਉੱਥੇ ਹਮਲਾ ਹੋਣ ਦੀ ਜਿਹੜੀ ਦੀ ਉਹ ਖਬਰ ਹੈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਸ਼ੋਰੂਮ ਹੈ ਉਹਦੇ ਬਾਹਰ ਹੱਥ ਦੇ ਨਾਲ ਲਿਖਿਆ ਹੋਇਆ ਨੋਟ ਇੱਕ ਚਿਪਕਾਇਆ ਹੋਇਆ। ਨੋਟ ਜਿਹੜਾ ਜੀ ਉਹ ਕੀ ਕਹਿੰਦਾ, ਉਹਦੀ ਫੋਟੋ ਜਿਹੜੀ ਉਹ ਹੈਗੀ ਹੈ, ਉਹ कहता कि कच्छ के हिंदू समुदाय की भावनाओं के आहत होने के चलते माफ़ी चाहते हैं, यह विज्ञापन शर्मनाक था। ਇਹ ਉਹਦੇ ਉੱਤੇ ਜਿਹੜਾ ਜੀ ਉਹ ਲਿਖਿਆ ਹੋਇਆ। ਔਰ ਇਹ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਜਿਹੜਾ ਜੀ ਹੋ ਰਿਹਾ। ਆਪਾਂ ਕੱਲ ਵੀ ਗੱਲ ਕੀਤੀ ਸੀਗੀ ਵੀ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਕਿਉਂਕਿ YouTube ਦੇ ਉੱਤੇ ਆਈ ਸੀ, YouTube ਤੋਂ ਹਟਾ ਲਈ ਗਈ। ਇਹਨੂੰ ਲੈ ਕੇ ਜਿਹੜਾ ਜੀ ਹੁਣ ਦੂਜਾ ਗਰੁੱਪ ਹੈ, ਪਹਿਲਾਂ ਤਾਂ ਭਗਤ ਗਰੁੱਪ ਜਿਹੜਾ ਜੀ ਉਹ ਲੱਗਿਆ ਹੋਇਆ ਸੀਗਾ ਇਸ ਮਾਮਲੇ ਦੇ ਵਿੱਚ ਕਿ ਹਟਾਓ, ਹੁਣ ਦੂਜਾ ਗਰੁੱਪ ਜਿਹੜਾ ਜੀ ਉਹ ਲੱਗਿਆ ਹੋਇਆ ਕਿ ਟਾਟਾ ਐਡਾ ਵੱਡੀ ਕੰਪਨੀ ਹੈ, ਉਹਨਾਂ ਨੂੰ ਇਹਨਾਂ ਲੋਕਾਂ ਦੇ ਮੂਹਰੇ ਝੁਕਣ ਦੀ ਜਿਹੜੀ ਦੀ ਉਹ ਕੀ ਜ਼ਰੂਰਤ ਸੀ। ਇੱਥੋਂ ਤੱਕ ਲੋਕ ਕਹਿ ਰਹੇ ਆ ਕਿ ਟਾਟਾ ਗਰੁੱਪ ਬੜਾ ਸਟਰੋਂਗ ਆ ਪਰ ਬਿਨਾਂ ਰੀੜ ਦੀ ਹੱਡੀ ਵਾਲਾ। ਜਿਹੜੇ ਇੱਥੋਂ ਦਾ ਮੈਨੇਜਰ ਹੈ ਜਿਹੜਾ ਕੱਛ ਦੇ ਏਰੀਏ ਦਾ, ਉਹ ਇਹ ਕਹਿੰਦਾ ਕਿ ਧਮਕੀਆਂ ਉਹਨੂੰ ਬਹੁਤ ਆਈਆਂ, ਹਮਲੇ ਤੋਂ ਉਹ ਡਰਦਾ ਹੋਇਆ ਇਨਕਾਰੀ ਜਿਹੜਾ ਦੀ ਹੈ ਕਿ ਮੇਰੇ ਉੱਤੇ ਕੋਈ ਹਮਲਾ ਜਿਹੜਾ ਦੀ ਉਹ ਕਿਸੇ ਕਿਸਮ ਦਾ ਨਹੀਂ ਹੋਇਆ। ਜਦੋਂ ਕਿ ਜਿਹੜਾ ਇਹ ਬਾਇਕਾਟ ਤਨਿਸ਼ਕ ਸੀਗਾ ਜੀ ਉਹ ਕੱਲ ਟ੍ਰੋਲ ਕਰਦਾ ਰਿਹਾ ਔਰ ਬੜੀ ਤੇਜ਼ੀ ਦੇ ਨਾਲ ਜਿਹੜਾ ਸੀ ਟਵਿੱਟਰ ਦੇ ਉੱਤੇ, ਟਵਿੱਟਰ ਹੈਂਡਲ ਦੇ ਉੱਤੇ ਜੀ। ਔਰ ਅੱਜ ਇਹ ਜਿਹੜਾ ਹਮਲਾ ਹੋਣਾ ਇਹਨੂੰ ਲੈ ਕੇ ਵੀ ਜਿਹੜਾ ਦੀ ਉਹ ਟਵਿੱਟਰ ਦੇ ਉੱਤੇ ਬਹੁਤ ਸਾਰਾ ਕੁਝ ਲਿਖਿਆ ਬੋਲਿਆ ਜਿਹੜਾ ਦੀ ਉਹ ਜਾ ਰਿਹਾ। ਉਹ ਗੱਲਾਂ ਜਿਹੜੀਆਂ ਕਿ 에ਅਰ ਦੇ ਉੱਤੇ ਵੀ ਈਵਨ ਆਪਾਂ ਜਿਹੜੀਆਂ ਉਹ ਸਾਂਝੀਆਂ ਨਹੀਂ ਕਰ ਸਕਦੇ। ਅੱਛਾ ਪਨੂ ਸਾਹਿਬ, ਇੱਕ ਬਰੀਫਲੀ ਇਹ ਦੱਸਿਓ ਵੀ ਹਰਿਆਣੇ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦੇ ਵਾਸਤੇ ਜਿਹੜੀਆਂ ਲਾਲ ਬੱਤੀਆਂ ਹੁੰਦੀਆਂ ਸੀ ਗੱਡੀਆਂ ਦੇ ਉੱਪਰ ਉਹ ਹਟਾਈਆਂ ਗਈਆਂ ਸੀ, ਪਰ ਹੁਣ VIP ਕਲਚਰ ਦੀ ਵਾਪਸੀ ਦੁਬਾਰਾ ਤੋਂ ਹੋ ਰਹੀ ਹੈ। ਬੱਤੀਆਂ ਤੇ ਵਾਪਸ ਨਹੀਂ ਆਈਆਂ, ਬੱਤੀਆਂ ਦੀ ਜਗ੍ਹਾ ਝੰਡੀਆਂ ਨੇ ਲੈ ਲਈ ਹੈ। ਬਿਲਕੁਲ, ਅੱਜ ਇਹ ਨਾ ਆਫੀਸ਼ੀਅਲੀ ਤੌਰ ਦੇ ਉੱਤੇ ਆਖਿਆ ਗਿਆ ਕਿ 2017 ਦੇ ਵਿੱਚ ਨੇਤਾਵਾਂ ਦੀਆਂ ਗੱਡੀਆਂ ਤੋਂ ਲਾਲ ਬੱਤੀਆਂ ਤੇ ਝੰਡੀਆਂ ਹਟਾਤੀਆਂ ਸੀਗੀਆਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬਹੁਤ ਰੌਲਾ ਜਿਹੜਾ ਦੀ ਉਹ ਪਿਆ ਸੀ। ਪੰਜਾਬ ਦੇ ਵਿੱਚ ਵੀ ਚੋਣਾਂ ਸੀ, ਇੱਥੇ ਆਮ ਆਦਮੀ ਪਾਰਟੀ ਉਸ ਟਾਈਮ ਸਟਰੋਂਗ ਸੀਗੀ ਔਰ ਉਹ ਕਹਿੰਦੀ ਸੀ ਅਸੀਂ VIP ਕਲਚਰ ਖਤਮ ਕਰਾਂਗੇ। ਔਰ ਜਿਹਦੇ ਕਰਕੇ ਜਿਹੜਾ ਸੀਗਾ ਜੀ ਕਾਂਗਰਸ ਨੂੰ ਵੀ ਇਹ ਕਹਿਣਾ ਪਿਆ, ਭਾਰਤੀ ਜਨਤਾ ਪਾਰਟੀ ਨੂੰ ਵੀ ਕਹਿਣਾ ਪਿਆ, ਹਰਿਆਣੇ ਦੇ ਵਿੱਚ ਵੀ ਜਿਹੜਾ ਜੀ ਉਹ ਕਹਿਣਾ ਪਿਆ। ਹੁਣ ਹਰਿਆਣੇ ਦੀ ਸਰਕਾਰ ਨੇ VIP ਕਲਚਰ ਦਾ ਤੋੜ ਜਿਹੜਾ ਜੀ ਉਹ ਕੱਢ ਲਿਆ। ਅੱਜ ਹਰਿਆਣੇ ਦੇ ਮੁੱਖ ਮੰਤਰੀ ਨੇ ਵਿਧਾਇਕਾਂ ਦੀਆਂ ਗੱਡੀਆਂ ਦੇ ਉੱਤੇ ਲਾਉਣ ਦੇ ਵਾਸਤੇ ਮੈਰੂਨ ਰੰਗ ਦੀ ਝੰਡੀ ਲਾਂਚ ਕਰਤੀ ਜੀ ਔਰ ਇਹ ਕਿਹਾ ਕਿ ਇਹ ਝੰਡੀ ਛੇਤੀ ਸਾਰੇ ਵਿਧਾਇਕਾਂ ਨੂੰ ਜਿਹੜੀ ਜੀ ਉਹ ਦਿੱਤੀ ਜਾਊਗੀ। ਵਿਧਾਇਕ ਖੁਸ਼ ਹੈ ਕਿ ਉਹਨਾਂ ਦੀ ਝੰਡੀ ਜਿਹੜੀ ਆ ਮਰੂਨ ਰੰਗ ਦੀ ਹੁਣ ਦੂਰੋਂ ਪਹਿਚਾਣੀ ਜਾਊਗੀ ਵੀ ਉਹ ਜਾਂਦਾ ਵਿਧਾਇਕ। ਉਹ ਕਹਿੰਦੇ ਨਾ ਕੋਈ ਟੋਲ ਦੇ ਉੱਤੇ ਰੋਕੂਗਾ, ਨਾ ਕੋਈ ਪੁਲਿਸ ਜਿਹੜਾ ਜੀ ਉਹ ਹੱਥ ਦਊਗੀ। ਸਪੀਕਰ ਤੋਂ ਲੈ ਕੇ ਵਿਧਾਇਕ ਤੱਕ ਝੰਡੀ ਨੂੰ VIP ਕਲਚਰ ਨਹੀਂ ਮੰਨਦੇ। ਉਹ ਕਹਿੰਦੇ ਨਹੀਂ, ਇਹ ਵਿਧਾਇਕ ਦੀ ਪਹਿਚਾਣ ਹੈ, ਪਹਿਚਾਣ ਹੀ ਤਾਂ VIP ਕਲਚਰ ਹੁੰਦਾ ਜੀ। ਜਿਹੜਾ ਬੰਦਾ ਲੱਗੇ ਅੱਛਾ ਉਹ ਫਲਾਨਾ ਜਿਹੜਾ ਜੀ ਆਉਂਦਾ ਉਹੀ ਤਾਂ VIP ਕਲਚਰ ਹੈ। ਉਹ ਕਹਿੰਦੇ ਜੀ ਇਹਦੇ ਵਾਸਤੇ ਗ੍ਰਹਿ ਵਿਭਾਗ ਤੇ CM ਨੇ ਮਨਜ਼ੂਰੀ ਜਿਹੜੀ ਆ ਜੀ ਉਹ ਦੇ ਦਿੱਤੀ ਆ। ਕਾਨੂੰਨੀ ਜਿਹੜੇ ਮਾਹਰ ਨੇ ਉਹਨਾਂ ਤੋਂ ਵੀ ਸਲਾਹ ਜਿਹੜੀ ਲਈ ਗਈ ਆ ਵੀ ਇਸ ਰੰਗ ਦੀ ਝੰਡੀ ਲਾ ਲਈਏ, ਕੋਈ ਰੌਲਾ ਤਾਂ ਨਹੀਂ ਪਊਗਾ। ਤੋ ਇਸ ਕਰਕੇ ਸ਼ਾਇਦ ਕਾਨੂੰਨੀ ਮਾਹਰਾਂ ਨੇ ਵੀ ਕਹਿਤਾ ਲਾਲ ਬੱਤੀ ਰਹਿਣ ਦਿਓ, ਮਰੂਨ ਰੰਗ ਦੀ ਝੰਡੀ ਜਿਹੜੀ ਲਾ ਲਓ। ਵੈਸੇ ਲਾਲ ਬੱਤੀ ਦੀ ਜਗ੍ਹਾ ਦੇ ਉੱਤੇ ਮਰੂਨ ਹੁਣ ਲਾਈਟ ਆ ਜੂਗੀ ਆਉਣ ਵਾਲੇ ਦਿਨਾਂ 'ਚ, ਤੁਸੀਂ ਦੇਖ ਲੈਣਾ ਜੀ। ਤੇ ਪਨੂ ਸਾਹਿਬ ਅੱਜ ਨਵਾਂ ਕੀ ਹੈ ਜੀ ਕਿ ਇਮਰਾਨ ਖਾਨ ਦੇ ਲਈ ਹੈ ਬਣੀ ਔਕੜ ਧਿਰ ਵਿਰੋਧ ਦੀ ਇਕੱਠੀ ਹੋਈ ਮੀਆਂ। ਇਮਰਾਨ ਖਾਨ ਦੇ ਲਈ ਹੈ ਬਣੀ ਔਕੜ ਧਿਰ ਵਿਰੋਧ ਦੀ ਹੈ ਇਕੱਠੀ ਹੋਈ ਮੀਆਂ। ਆਪਸ ਵਿੱਚ ਸੀ ਉਹਨਾਂ ਦੀ ਕੌੜ ਜਿਹੜੀ ਸਭ ਨੇ ਅੰਦਰ ਕੁੱਲ ਲਕੋਈ ਮੀਆਂ। ਇੱਕੋ ਹੀ ਗੱਲ ਕਿ ਘੇਰ ਇਮਰਾਨ ਲੈਣਾ, ਜੜੀ ਅੱਕ ਜਾਂਦਾ ਉਹ ਚੋਈ ਮੀਆਂ। ਭ੍ਰਿਸ਼ਟ ਆਖਦਾ ਪਿਆ ਉਹ ਦੂਜਿਆਂ ਨੂੰ, ਆਪਣੀ ਲਾਈ ਹੈ ਜਾਪਦੀ ਲੋਈ ਮੀਆਂ। ਜਰਨੈਲਾਂ ਵੱਲ ਇਮਰਾਨ ਨੇ ਫੋਨ ਕੀਤਾ, ਬੌੜੀ ਭੀੜਾਂ ਤੋਂ ਆਓ ਬਚਾਓ ਮੀਆਂ। ਜਰਨੈਲਾਂ ਵੱਲ ਇਮਰਾਨ ਨੇ ਫੋਨ ਕੀਤਾ, ਬੌੜੀ ਭੀੜਾਂ ਤੋਂ ਆਓ ਬਚਾਓ ਮੀਆਂ। ਫੌਜੀ ਆਊ ਤਾਂ ਕਹੂ ਸਾਰਿਆਂ ਨੂੰ, ਸੱਤਾ ਛੱਡ ਕੇ ਘਰਾਂ ਨੂੰ ਜਾਓ ਮੀਆਂ। ਜੀ ਬਹੁਤ ਧੰਨਵਾਦ ਪਨੂ ਸਾਹਿਬ, ਕੱਲ ਫੇਰ ਗੱਲ ਕਰਦੇ ਹਾਂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਥੈਂਕ ਯੂ ਜੀ।